हेलो डियर स्टूडेंट्स। सो ਆਪਾਂ ਅੱਜ ਸਟਾਰਟ ਕਰਾਂਗੇ ਨੈਕਸਟ ਟੌਪਿਕ that is what is earthing, what is types of earthing and what is earth return system। ਸੋ ਅੱਜ ਆਪਾਂ ਇਹ ਟੋਟਲ 3 ਟੌਪਿਕ ਕਰਾਂਗੇ। ਹਾਲੇ ਤੱਕ ਆਪਾਂ ਸਟੱਡੀ ਕਰ ਲਿਆ ਸੀਗਾ what are wires, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਵਾਇਰਸ, ਕੀ ਕੰਮ ਹੈ ਵਾਇਰਸ, what is battery cables, what is ground cable and hot cable। So what is earthing? The process of transferring the immediate discharge of the electrical energy directly to the earth by the help of low resistance wire is known as electrical earthing। The electrical earthing is done by the connecting the non-current carrying part of the equipment or neutral of supply system to the ground। ਸੋ ਆਪਾਂ ਅਰਥਿੰਗ ਕਿਉਂ ਯੂਜ਼ ਕਰਦੇ ਹਾਂ? ਤਾਂ ਜੋ ਅਗਰ ਕੋਈ ਇਮੀਡੀਏਟ ਡਿਸਚਾਰਜ ਹੋਵੇ, ਇਮੀਡੀਏਟ ਅਗਰ ਕੋਈ ਜ਼ਿਆਦਾ ਕਰੰਟ ਆ ਗਿਆ, ਇਮੀਡੀਏਟ ਕੋਈ ਹਾਈ ਡਿਸਚਾਰਜ ਆ ਗਿਆ, ਉਹਨੂੰ ਡਾਇਰੈਕਟਲੀ ਅਰਥ ਦੇ ਵਿੱਚ ਟ੍ਰਾਂਸਫਰ ਕਰ ਦਈਏ ਤਾਂ ਜੋ ਉਹ ਜਿਹੜਾ ਸਾਡਾ ਇਲੈਕਟ੍ਰੀਕਲ ਇਕਵਿਪਮੈਂਟ ਆ ਉਹਨੂੰ ਕੋਈ ਪ੍ਰੋਬਲਮ ਨਾ ਆਵੇ। ਸੋ ਇਮੀਡੀਏਟ ਅਗਰ ਕੋਈ ਐਕਸਟਰਾ ਚਾਰਜ, ਐਕਸਟਰਾ ਕਰੰਟ, ਹਾਈ ਡਿਸਚਾਰਜ ਆ ਜਾਂਦਾ ਹੈ, ਇਮੀਡੀਏਟ ਐਕਸਟਰਾ ਡਿਸਚਾਰਜ ਆ ਜਾਂਦਾ ਜਿੰਨੀ ਸਾਨੂੰ ਰਿਕੁਆਇਰਮੈਂਟ ਆ ਉਸ ਤੋਂ ਜ਼ਿਆਦਾ, ਸੋ ਆਪਾਂ ਉਹਨੂੰ ਇੱਕ ਵਾਇਰ ਦੀ ਹੈਲਪ ਦੇ ਨਾਲ ਡਾਇਰੈਕਟਲੀ ਅਰਥ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ। ਦੈਟ ਇਜ਼ ਇਲੈਕਟ੍ਰੀਕਲ ਅਰਥਿੰਗ। ਸੋ ਆਪਾਂ ਕਿਸ ਤਰ੍ਹਾਂ ਕਰਦੇ ਹਾਂ ਇਲੈਕਟ੍ਰੀਕਲ ਅਰਥਿੰਗ? The electrical earthing is done by connecting the non-current carrying part of the equipment। ਸੋ ਆਪਾਂ ਅਗਰ ਕਿਸੇ ਇਕਵਿਪਮੈਂਟ ਦੀ ਅਰਥਿੰਗ ਕਰਨੀ ਹੈ, ਸੋ ਆਪਾਂ ਉਸ ਇਕਵਿਪਮੈਂਟ ਦਾ ਨੌਨ ਕਰੰਟ ਕੈਰਿੰਗ ਪਾਰਟ, ਜਿਹੜਾ ਪਾਰਟ ਕਰੰਟ ਕੈਰੀ ਨਹੀਂ ਕਰ ਰਿਹਾ ਔਰ ਜਿਹੜੀ ਵਾਇਰ ਕਰੰਟ ਕੈਰੀ ਨਹੀਂ ਕਰ ਰਹੀ, ਫੋਰ ਐਗਜ਼ਾਮਪਲ ਇੱਕ ਨਿਊਟਰਲ ਫੇਸ ਹੁੰਦਾ, ਇੱਕ ਪੋਜ਼ਿਟਿਵ ਐਂਡ ਨੈਗੇਟਿਵ ਫੇਸ। ਸੋ ਅਗਰ ਨਿਊਟਰਲ ਦੇ ਵਿੱਚ ਕਰੰਟ ਨਹੀਂ ਕੈਰੀ ਕਰ ਰਿਹਾ, ਸੋ ਆਪਾਂ ਨਿਊਟਰਲ ਦਾ ਯੂਜ਼ ਕਰਦੇ ਹਾਂ ਫੋਰ ਅਰਥਿੰਗ। ਔਰ ਅਗਰ ਕੋਈ ਇਕਵਿਪਮੈਂਟ ਆ, ਜੋ ਇਕਵਿਪਮੈਂਟ ਉਸ ਦਾ ਕੋਈ ਪਾਰਟ ਆ ਜਿਹੜਾ ਕਰੰਟ ਕੈਰਿੰਗ ਨਹੀਂ ਕਰ ਰਿਹਾ ਹੈਗਾ ਆ, ਉਹਨੂੰ ਆਪਾਂ ਅਰਥਿੰਗ ਦੇ ਲਈ ਯੂਜ਼ ਕਰਦੇ ਹਾਂ। ਸੋ ਦੈਟ ਕਿ ਜਿਹੜਾ ਐਕਸਟਰਾ ਡਿਸਚਾਰਜ ਔਰ ਐਕਸਟਰਾ ਵੋਲਟੇਜ, ਐਕਸਟਰਾ ਕਰੰਟ ਇੱਕਦਮ ਇਮੀਡੀਏਟ ਆ ਜਾਂਦਾ ਹੈ, ਉਹਨੂੰ ਆਪਾਂ ਅਰਥ ਦੇ ਵਿੱਚ ਟ੍ਰਾਂਸਫਰ ਕਰ ਦਈਏ ਸੋ ਦੈਟ ਕਿ ਉਹ ਆਪਣੇ ਇਕਵਿਪਮੈਂਟ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਸੋ ਇਹ ਹੈਗੀ ਹੈ ਇਲੈਕਟ੍ਰੀਕਲ ਅਰਥਿੰਗ। ਸੋ ਕਿੰਨੇ ਤਰ੍ਹਾਂ ਦੀ ਹੁੰਦੀ ਆ ਅਰਥਿੰਗ? Types of earthing. The electrical equipment mainly consists of two non-current carrying parts. These parts are neutral of the system or frame of the electrical equipment. From the earthing of these two non-current carrying parts of the electrical system, earthing can be classified into two types। ਸੋ ਅਗਰ ਕੋਈ ਵੀ ਆਪਾਂ ਇਕਵਿਪਮੈਂਟ ਦੀ ਗੱਲ ਕਰੀਏ, ਚਾਹੇ ਵਹੀਕਲ ਦੇ ਵਿੱਚ, ਚਾਹੇ ਹਾਊਸ ਦੇ ਵਿੱਚ, ਇਲੈਕਟ੍ਰੀਕਲ ਕੰਪੋਨੈਂਟਸ ਦੇ ਵਿੱਚ, ਸੋ ਦੋ ਹੀ ਪਾਰਟਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਕਰੰਟ ਕੈਰਿੰਗ ਕਪੈਸਿਟੀ ਜਾਂ ਕਰੰਟ ਕੈਰਿੰਗ ਨਹੀਂ ਕਰਦੇ, ਕਰੰਟ ਫਲੋ ਨਹੀਂ ਕਰਾਉਂਦੇ। ਉਹ ਹੁੰਦੇ ਆ ਇੱਕ ਤਾਂ ਨਿਊਟਰਲ ਸਰਕਟ, ਐਂਡ ਸੈਕਿੰਡ ਹੁੰਦਾ ਆ ਕੋਈ ਇਕਵਿਪਮੈਂਟ ਦਾ ਇਸ ਤਰ੍ਹਾਂ ਦਾ ਪਾਰਟ ਜੋ ਕਰੰਟ ਕੈਰਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਰੰਟ ਨਹੀਂ ਹੁੰਦਾ। ਸੋ ਇਹੀ, ਜਾਂ ਉਸਦਾ ਬੋਡੀ ਔਰ ਫਰੇਮ ਜੋ ਕਰੰਟ ਕੈਰਿੰਗ ਦੇ ਵਿੱਚ ਹੈਲਪ ਨਹੀਂ ਕਰਦਾ। ਸੋ ਇਹ ਦੋ ਤਰ੍ਹਾਂ ਦੇ ਪਾਰਟਸ ਹੁੰਦੇ ਆ। ਸੋ ਇਹਨਾਂ ਦੇ ਅਕੋਰਡਿੰਗ ਹੀ ਆਪਾਂ ਅਰਥਿੰਗ ਦੀ ਟਾਈਪਸ ਬਣਾਈਆਂ। ਦੈਟ ਇਜ਼ ਫਰਸਟ ਇਜ਼ ਨਿਊਟਰਲ ਅਰਥਿੰਗ, ਸੈਕਿੰਡ ਇਜ਼ equipment earthing। So what is neutral earthing? In neutral earthing, the neutral of the system is directly connected to earth by the help of wire। ਸੋ ਅਗਰ ਆਪਾਂ ਕਿਸੇ ਇਕਵਿਪਮੈਂਟ ਔਰ ਕਿਸੇ ਵੀ ਪਲੇਸ 'ਤੇ ਨਿਊਟਰਲ ਅਰਥਿੰਗ ਦੀ ਯੂਜ਼ ਕਰ ਰਹੇ ਹਾਂ, ਸੋ ਉਹਦੇ ਵਿੱਚ ਜਿਹੜਾ ਨਿਊਟਰਲ ਫੇਸ ਹੈਗਾ ਆ ਉਹ ਡਾਇਰੈਕਟਲੀ ਕਨੈਕਟਡ ਹੁੰਦਾ ਆ ਵਿਦ ਦੀ ਹੈਲਪ ਆਫ ਵਾਇਰ ਟੂ ਅਰਥ। ਅਰਥ ਦੇ ਨਾਲ ਡਾਇਰੈਕਟਲੀ ਕਨੈਕਟਡ ਹੁੰਦਾ ਆ
with the help of wire. The neutral earthing is also called the system earthing. Such type of earthing is mostly provided to the system which has star winding. For example, the neutral earthing is provided in the generator, transformer, motor, etc. ਸੋ ਕਿਹੜੇ ਇਕਵਿਪਮੈਂਟ ਦੇ ਵਿੱਚ ਆਪਾਂ ਨਿਊਟਰਲ ਅਰਥਿੰਗ ਯੂਜ਼ ਕਰਦੇ ਹਾਂ ਜਿਹਦੇ ਵਿੱਚ ਸਟਾਰ ਵਾਈਂਡਿੰਗ ਹੁੰਦੀ ਹੈ। ਇਹ ਤੁਸੀਂ ਆਲਰੇਡੀ ਪੜ੍ਹਿਆ ਹੋਇਆ ਆ, what is star, what is delta, what is series, what is parallel circuit। ਸੋ ਜਿਹੜੇ ਇਕਵਿਪਮੈਂਟਸ ਦੇ ਵਿੱਚ ਸਟਾਰ ਵਾਈਂਡਿੰਗ ਹੁੰਦੀ ਆ ਆਪਾਂ ਉੱਥੇ ਨਿਊਟਰਲ ਅਰਥਿੰਗ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਜਨਰੇਟਰ, ਟਰਾਂਸਫਾਰਮਰ, ਮੋਟਰ ਐਕਸੈਟਰਾ। ਸੋ ਸਿੰਪਲ ਕੀ ਹੈ ਨਿਊਟਰਲ ਅਰਥਿੰਗ ਕਿ ਆਪਾਂ ਇਹਦੇ ਵਿੱਚ ਜਿਹੜਾ ਨਿਊਟਰਲ ਫੇਸ ਹੁੰਦਾ ਆ, ਠੀਕ ਹੈ, ਉਹਨੂੰ ਡਾਇਰੈਕਟਲੀ ਕਨੈਕਟ ਕਰ ਦਿੰਦੇ ਆ ਅਰਥ ਦੇ ਨਾਲ ਤਾਂ ਜੋ ਇਮੀਡੀਏਟ ਜਿਹੜਾ ਡਿਸਚਾਰਜ ਆ ਉਹ ਆਪਾਂ ਅਰਥ ਦੇ ਵਿੱਚ ਟ੍ਰਾਂਸਫਰ ਕਰ ਸਕੀਏ। ਸੋ ਸੈਕਿੰਡ ਟਾਈਪ ਆਫ ਅਰਥਿੰਗ ਹੈ equipment earthing। Such type of earthing is provided to the electrical equipment. The non-current carrying part of the equipment like the metallic frame is connected to earth by the help of conducting wire. If any fault occurs in the apparatus, the short circuit current to pass the earth by the help of wire, thus protect the system from damage। ਸੋ ਇਕਵਿਪਮੈਂਟ ਅਰਥਿੰਗ ਦੇ ਵਿੱਚ ਅਗਰ ਸਾਡੇ ਕੋਲ ਨਿਊਟਰਲ ਫੇਸ ਨਹੀਂ ਹੈਗਾ ਆ ਆਪਾਂ ਕੀ ਯੂਜ਼ ਕਰਦੇ ਹਾਂ, ਉਸ ਇਕਵਿਪਮੈਂਟ ਦਾ ਬੋਡੀ ਔਰ ਫਰੇਮ ਔਰ ਕੋਈ ਵੀ ਇਸ ਤਰ੍ਹਾਂ ਦਾ ਪਾਰਟ ਜੋ ਕਰੰਟ ਕੈਰੀ ਨਹੀਂ ਕਰ ਰਿਹਾ। ਦੁਬਾਰਾ ਸਮਝ ਲਓ, ਇਕਵਿਪਮੈਂਟ ਅਰਥਿੰਗ ਦੇ ਵਿੱਚ ਆਪਾਂ ਉਸ ਇਕਵਿਪਮੈਂਟ ਦਾ ਉਹ ਪਾਰਟ ਯੂਜ਼ ਕਰਨਾ ਆ ਜੋ ਕਰੰਟ ਕੈਰੀ ਨਹੀਂ ਕਰ ਰਿਹਾ, ਲਾਈਕ ਉਸ ਦੀ ਬੋਡੀ, ਉਸ ਦਾ ਫਰੇਮ ਐਂਡ ਕੋਈ ਹੋਰ ਪਾਰਟ ਜੋ ਕਰੰਟ ਕੈਰੀ ਨਹੀਂ ਕਰ ਰਿਹਾ। ਆਪਾਂ ਉਸ ਪਾਰਟ ਨੂੰ ਡਾਇਰੈਕਟਲੀ ਕਨੈਕਟ ਕਰ ਦਿੰਦੇ ਹਾਂ ਇੱਕ ਵਾਇਰ ਦੇ ਨਾਲ ਅਤੇ ਉਹ ਵਾਇਰ ਅੱਗੇ ਅਰਥ ਦੇ ਨਾਲ ਕਨੈਕਟ ਹੋ ਜਾਂਦੀ ਆ। ਸੋ ਅਗਰ ਇਸ ਤਰ੍ਹਾਂ ਕੋਈ ਇਮੀਡੀਏਟ ਡਿਸਚਾਰਜ ਆਉਂਦਾ ਹੈ ਦੈਟ ਵਿਲ ਬੀ ਟ੍ਰਾਂਸਫਰ ਟੂ ਦੀ ਅਰਥ। ਸੋ ਇਸ ਤਰ੍ਹਾਂ ਆਪਾਂ ਆਪਣੇ ਸਿਸਟਮ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਇਨ ਵਹੀਕਲ, ਇਹ ਤਾਂ ਸੀ ਸਿੰਪਲ ਅਰਥਿੰਗ ਦੀ ਗੱਲ। ਹੁਣ ਅਗਰ ਆਪਾਂ ਗੱਲ ਕਰੀਏ ਵਹੀਕਲ ਆਟੋਮੋਬਾਈਲ ਦੇ ਵਿੱਚ ਅਰਥਿੰਗ, ਇਨ ਕਾਰ ਔਰ ਵਹੀਕਲ ਵਾਇਰਿੰਗ ਚੇਸੀ ਐਂਡ ਮੈਟਲ ਬੋਡੀ ਇਜ਼ ਟ੍ਰੀਟਡ ਐਜ਼ ਅਰਥ। ਸੋ ਕਾਰ ਦੇ ਵਿੱਚ ਆਪਾਂ ਡਾਇਰੈਕਟਲੀ ਕਨੈਕਟ ਨਹੀਂ ਹੁੰਦੇ ਅਰਥ ਦੇ ਨਾਲ, ਸੋ ਉਹਦੇ ਵਿੱਚ ਆਪਾਂ ਜਿਹੜਾ ਚੈਸੀ ਔਰ ਮੈਟਲ ਬੋਡੀ ਆ ਉਹਨੂੰ ਹੀ ਅਰਥ ਕੰਸੀਡਰ ਕਰਦੇ ਹਾਂ। ਧਿਆਨ ਨਾਲ ਸੁਣ ਲਓ, ਅਗਰ ਕੋਈ ਇਕਵਿਪਮੈਂਟ ਆ, ਕੋਈ ਟਰਾਂਸਫਾਰਮਰ ਆ, ਕੋਈ ਇਸ ਤਰ੍ਹਾਂ ਦੇ ਇਕਵਿਪਮੈਂਟ ਇਲੈਕਟ੍ਰੀਕਲ ਇਕਵਿਪਮੈਂਟਸ ਆ, ਉਹਦੇ ਵਿੱਚ ਜੇ ਆਪਾਂ ਅਰਥਿੰਗ ਕਰਨੀ ਹੋਵੇ ਆਪਾਂ ਅਰਥ ਦੇ ਨਾਲ ਡਾਇਰੈਕਟਲੀ ਕਨੈਕਟ ਕਰਦੇ ਹਾਂ ਵਾਇਰ ਨੂੰ। ਬਟ ਅਗਰ ਕੋਈ ਵਹੀਕਲ ਆ, ਇੱਕ ਕਾਰ ਆ, ਕਾਰ ਆਪਣੀ ਅਰਥਿੰਗ ਅਰਥ ਦੇ ਨਾਲ ਡਾਇਰੈਕਟਲੀ ਕਨੈਕਟ ਨਹੀਂ ਹੋ ਸਕਦੀ। ਸੋ ਉਹਦੇ ਵਿੱਚ ਆਪਾਂ ਅਰਥ ਕਿਹਨੂੰ ਮੰਨਦੇ ਹਾਂ, ਉਸ ਕਾਰ ਦੀ ਬੋਡੀ ਔਰ ਫਰੇਮ ਨੂੰ ਔਰ ਚੈਸੀ ਨੂੰ, ਠੀਕ ਹੈ। ਸੋ ਆਪਾਂ ਉਹਨੂੰ ਹੀ ਅਰਥ ਕੰਸੀਡਰ ਕਰਦੇ ਹਾਂ। ਸੋ ਕਿਸ ਤਰ੍ਹਾਂ ਹੁੰਦੀ ਹੈ ਅਰਥਿੰਗ ਇਹ ਕਾਰ ਦੇ ਵਿੱਚ, ਨੈਗੇਟਿਵ ਟਰਮੀਨਲ ਆਫ ਬੈਟਰੀ, ਜੋ ਬੈਟਰੀ ਦਾ ਨੈਗੇਟਿਵ ਟਰਮੀਨਲ ਆ ਉਹ ਕਨੈਕਟਡ ਕਰਦੇ ਹਾਂ ਆਪਾਂ ਚੈਸੀ ਦੇ ਨਾਲ ਔਰ ਮੈਟਲ ਬੋਡੀ ਦੇ ਨਾਲ, ਠੀਕ ਹੈ। ਬੈਟਰੀ ਦਾ ਜਿਹੜਾ ਨੈਗੇਟਿਵ ਟਰਮੀਨਲ ਆ ਆਪਾਂ ਕਨੈਕਟ ਕਰ ਦਿੰਦੇ ਹਾਂ ਚੈਸੀ ਔਰ ਮੈਟਲ ਬੋਡੀ ਦੇ ਨਾਲ। ਇਸ ਸਿਸਟਮ ਨੂੰ ਕਹਿੰਦੇ ਆ ਇਨ ਆਟੋਮੋਬਾਈਲ ਅਰਥਿੰਗ। ਸੋ ਅਰਥ ਨਾਲ ਡਾਇਰੈਕਟਲੀ ਕਨੈਕਟ ਨਹੀਂ ਹੁੰਦਾ ਕੋਈ ਵੀ ਵਹੀਕਲ, ਸੋ ਆਪਾਂ ਚੈਸੀ ਨੂੰ ਅਰਥ ਕੰਸੀਡਰ ਕਰਦੇ ਹਾਂ, ਚੈਸੀ ਨੂੰ ਹੀ ਆਪਾਂ ਅਰਥ ਮੰਨ ਲੈਂਦੇ ਹਾਂ। ਸੋ ਨੈਗੇਟਿਵ ਟਰਮੀਨਲ ਆਫ ਬੈਟਰੀ ਇਜ਼ ਡਾਇਰੈਕਟਲੀ ਕਨੈਕਟਡ ਟੂ ਦੀ chassis. So all wires anywhere meant to go to negative of the supply are then connected to chassis and body. There is ਇਹ ਤੁਹਾਨੂੰ ਦੱਸ ਹੀ ਚੁੱਕਾ ਹੈ ਕਿ ਆਪਾਂ ਜੋ ਕਾਰ ਦੀ ਚੈਸੀ ਆ ਉਹਨੂੰ ਹੀ ਅਰਥ ਕੰਸੀਡਰ ਕਰਦੇ ਹਾਂ। ਸੋ ਇਹ ਸੀਗੀ ਗੱਲ ਕਿ what is earthing. Now next topic, important topic is earth return system. So what is earth return system? Current flow along a single cable from the battery to the components being powered and back to the battery through the car metal body. अगर ਆਪਾਂ ਦੇਖਿਆ ਜਾਵੇ ਬੈਟਰੀ ਤੋਂ ਕਰੰਟ ਫਲੋ ਹੁੰਦਾ ਆ ਕਿਸੇ ਕਾਰ ਇਕਵਿਪਮੈਂਟ ਤੱਕ, ਫੋਰ ਐਗਜ਼ਾਮਪਲ ਵਿੰਡਸ਼ੀਲਡ ਵਾਈਪਰ,
ਵਾਈਪਰਸ ਨੂੰ ਇੱਕ ਮੋਟਰ ਚਲਾਉਂਦੀ ਹੈ। ਸੋ ਬੈਟਰੀ ਤੋਂ ਕਰੰਟ ਗਿਆ ਮੋਟਰ ਤੱਕ, ਠੀਕ ਹੈ। ਐਂਡ ਬੈਕ ਟੂ ਦੀ ਬੈਟਰੀ ਥਰੂ ਦੀ ਕਾਰ ਮੈਟਲ ਬੋਡੀ, ਤੇ ਉਹ ਵਾਪਸ ਆਉਂਦਾ ਆ ਕਾਰ ਦੀ ਮੈਟਲ ਬੋਡੀ ਨਾਲ। ਦ ਬੋਡੀ ਇਜ਼ ਕਨੈਕਟਡ ਟੂ ਅਰਥ ਟਰਮੀਨਲ ਆਫ ਦੀ ਬੈਟਰੀ ਬਾਏ ਏ ਥਿਕ ਕੇਬਲ। ਸੋ ਬੋਡੀ ਹੈ ਜਿਹੜੀ ਕਾਰ ਦੀ ਔਰ ਚੈਸੀ ਆ, ਉਹ ਡਾਇਰੈਕਟ ਕਨੈਕਟ ਹੁੰਦੀ ਆ ਅਰਥ ਟਰਮੀਨਲ ਨਾਲ ਐਂਡ ਬੈਟਰੀ ਨਾਲ ਇੱਕ ਥਿਕ ਕੇਬਲ ਦੇ ਨਾਲ। ਮੋਸਟਲੀ ਸਿੰਗਲ ਸਟ੍ਰੈਂਡ ਵਾਇਰ ਯੂਜ਼ ਕਰਦੇ ਆਪਾਂ। ਦਿਸ ਟਾਈਪ ਆਫ ਸਰਕਟ ਇਜ਼ ਕਾਲਡ ਐਨ ਅਰਥ ਰਿਟਰਨ ਸਿਸਟਮ। ਸੋ ਇਸ ਤਰ੍ਹਾਂ ਦਾ ਅਗਰ ਸਰਕਟ ਹੈਗਾ, ਇਹਨੂੰ ਕਹਿੰਦੇ ਆ ਆਪਾਂ ਅਰਥ ਰਿਟਰਨ ਸਿਸਟਮ। ਦੁਬਾਰਾ ਸਮਝ ਲਓ ਇੱਕ ਵਾਰ। ਬੈਟਰੀ ਤੋਂ ਆਪਾਂ ਪਾਵਰ ਦਿੱਤੀ ਇੱਕ ਵਿੰਡਸ਼ੀਲਡ ਮੋਟਰ ਨੂੰ, ਠੀਕ ਹੈ। ਵਾਈਪਰ ਨੂੰ ਆਪਾਂ ਪਾਵਰ ਦਿੱਤੀ ਔਰ ਮਿਊਜ਼ਿਕ ਸਿਸਟਮ ਨੂੰ ਪਾਵਰ ਦਿੱਤੀ। ਸੋ ਉੱਥੋਂ ਜਦੋਂ ਜਿਹੜੀ ਬੈਕ ਵਾਇਰ ਆਣੀ ਆ, ਉਹ ਕਾਹਦੇ ਨਾਲ ਕਨੈਕਟਡ ਹੈਗੀ ਆ? ਉਹ ਹੈਗੀ ਕਨੈਕਟਡ ਕਾਰ ਦੀ ਬੋਡੀ ਔਰ ਚੈਸੀ ਦੇ ਨਾਲ, ਠੀਕ ਹੈ। ਤੇ ਉਹ ਜਿਹੜੀ ਕਾਰ ਦੀ ਬੋਡੀ ਐਂਡ ਚੈਸੀ ਆ, ਉਹ ਅੱਗੇ ਕਾਹਦੇ ਨਾਲ ਕਨੈਕਟ ਆ? ਬੈਟਰੀ ਦੇ ਨੈਗੇਟਿਵ ਟਰਮੀਨਲ ਦੇ ਨਾਲ, ਠੀਕ ਹੈ। ਸੋ ਅਗਰ ਇਸ ਤਰ੍ਹਾਂ ਦਾ ਇੱਕ ਕਲੋਜ਼ ਸਿਸਟਮ ਬਣਦਾ ਹੈ ਜਿਹਦੇ ਨਾਲ ਹਰੇਕ ਇਕਵਿਪਮੈਂਟ, ਹਰੇਕ ਮਸ਼ੀਨ ਚੈਸੀ ਔਰ ਬੋਡੀ ਦੇ ਨਾਲ ਡਾਇਰੈਕਟਲੀ ਕਨੈਕਟਡ ਹੈਗੀ ਆ, तो इस तरह के सिस्टम कहते हैं अर्थ रिटर्न सिस्टम। So in a negative earth return system, the current flow from the positive terminal to component being operated. The component is earth to the car body, which is earth to the negative terminal of battery. This type of circuit is called an earth return system. Any part of it connected to the car body is said to be earth. So ਜੋ ਵੀ ਕੰਪੋਨੈਂਟ ਹੈਗੇ, ਜੋ ਵੀ ਇਕਵਿਪਮੈਂਟਸ ਹੈਗੇ ਆ ਇੱਕ ਕਾਰ ਦੇ ਵਿੱਚ, ਅਗਰ ਉਹ ਬੈਟਰੀ ਨਾਲ ਕਨੈਕਟ ਆ, ਤਾਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਹਰੇਕ ਕੰਪੋਨੈਂਟ, ਹਰੇਕ ਇਲੈਕਟ੍ਰੀਕਲ ਸਿਸਟਮ, ਹਰੇਕ ਇਲੈਕਟ੍ਰੀਕਲ ਇਕਵਿਪਮੈਂਟ ਅਰਥ ਸਮਝਿਆ ਜਾਂਦਾ ਹੈ, ਠੀਕ ਹੈ। ਸੋ ਇੱਥੋਂ ਲਾਈਨ ਤੋਂ ਕਲੀਅਰ। ਇਨ ਅ ਨੈਗੇਟਿਵ ਅਰਥ ਰਿਟਰਨ ਸਿਸਟਮ, ਦ ਕਰੰਟ ਫਲੋ ਫਰੋਮ ਦੀ ਪੋਜ਼ਿਟਿਵ ਟਰਮੀਨਲ ਟੂ ਦੀ ਕੰਪੋਨੈਂਟ। ਕਰੰਟ ਪੋਜ਼ਿਟਿਵ ਟਰਮੀਨਲ, ਬੈਟਰੀ ਦੇ ਪੋਜ਼ਿਟਿਵ ਟਰਮੀਨਲ ਤੋਂ ਇੱਕ ਇਕਵਿਪਮੈਂਟ ਤੱਕ ਗਿਆ, ਲੈਟਸ ਸਪੋਜ਼ ਮਿਊਜ਼ਿਕ ਸਿਸਟਮ ਤੱਕ ਗਿਆ, ਠੀਕ ਹੈ। ਲੇਕਿਨ ਰਿਟਰਨ ਦੇ ਵਿੱਚ ਉਹ ਜਿਹੜਾ ਵਾਇਰ ਆ, ਨੈਗੇਟਿਵ ਵਾਇਰ ਆ, ਉਹ ਕਾਹਦੇ ਨਾਲ ਕਨੈਕਟਡ ਹੈਗੀ ਆ? ਚੈਸੀ ਦੇ ਨਾਲ, ਚੈਸੀ ਐਂਡ ਬੋਡੀ ਦੇ ਨਾਲ, ਠੀਕ ਹੈ। ਸੋ ਉਹ ਚੈਸੀ ਐਂਡ ਬੋਡੀ ਅੱਗੇ ਨੈਗੇਟਿਵ ਟਰਮੀਨਲ ਨਾਲ ਕਿਹਦੇ ਕਨੈਕਟਡ ਆ? ਬੈਟਰੀ ਦੇ। ਸੋ ਇਸ ਤਰ੍ਹਾਂ ਇਹ ਇੱਕ ਪੂਰਾ ਕਲੋਜ਼ ਸਿਸਟਮ ਲੂਪ ਕੰਪਲੀਟ ਹੁੰਦੀ ਹੈ। ਇਸ ਤਰ੍ਹਾਂ ਸਿਸਟਮ ਕਹਿੰਦੇ ਆ ਅਰਥ ਰਿਟਰਨ ਸਿਸਟਮ। ਸੋ ਤੁਸੀਂ ਡਾਇਗਰਾਮ ਦੇ ਵਿੱਚ ਸਮਝ ਸਕਦੇ ਹੋ ਈਜ਼ੀਲੀ। ਦਿਸ ਇਜ਼ ਅਰਥ ਰਿਟਰਨ ਸਿਸਟਮ। ਆਹ ਤੁਹਾਡੀ ਬੈਟਰੀ ਹੈ, ਠੀਕ ਹੈ। ਸੋ ਜਿਹੜਾ ਬੈਟਰੀ ਦਾ ਨੈਗੇਟਿਵ ਟਰਮੀਨਲ ਆ, ਦਿਸ ਇਜ਼ ਬੈਟਰੀਜ਼ ਨੈਗੇਟਿਵ ਟਰਮੀਨਲ, ਦਿਸ ਇਜ਼ ਨੈਗੇਟਿਵ ਟਰਮੀਨਲ। ਸੋ ਇਹ ਕਾਹਦੇ ਨਾਲ ਕਨੈਕਟਡ ਹੋਇਆ ਆ? ਕਾਰ ਦੀ ਬੋਡੀ ਦੇ ਨਾਲ। ਆਪਾਂ ਬੋਡੀ ਔਰ ਚੈਸੀ ਦੇ ਨਾਲ ਕਨੈਕਟ ਕੀਤਾ ਹੋਇਆ। ਸੋ ਜਿਹੜਾ ਬੈਟਰੀ ਦਾ ਪੋਜ਼ਿਟਿਵ ਟਰਮੀਨਲ ਆ, ਇਹ ਅੱਗੇ ਕਨੈਕਟ ਕਰ ਦੇਣਾ ਇੱਕ ਸਵਿਚ ਦੇ ਥਰੂ। ਸਵਿਚ ਕਿਉਂ ਯੂਜ਼ ਕਰਦੇ ਹਾਂ? ਜਦੋਂ ਸਾਨੂੰ ਲੋੜ ਨਹੀਂ ਹੈਗੀ, ਆਪਾਂ ਉਹ ਇਕਵਿਪਮੈਂਟ ਬੰਦ ਕਰ ਦੇਣਾ। ਫੋਰ ਐਗਜ਼ਾਮਪਲ ਇੱਥੇ ਇੱਕ ਹੈਡਲਾਈਟ ਆ, ਹੈਡਲਾਈਟ ਦੇ ਲਈ ਆਪਾਂ ਨੂੰ ਸਵਿਚ ਦਿੱਤਾ ਹੋਇਆ ਕਾਰ ਦੇ, ਜਦੋਂ ਸਾਨੂੰ ਨਹੀਂ ਲੋੜ ਆਪਾਂ ਬੰਦ ਕਰ ਦਿੰਦੇ। ਸੋ ਜਿਹੜਾ ਪੋਜ਼ਿਟਿਵ ਟਰਮੀਨਲ ਆ, ਉਹ ਕਿਹਦੇ ਨਾਲ ਕਨੈਕਟਡ ਆ? ਪੋਜ਼ਿਟਿਵ ਟਰਮੀਨਲ ਕਨੈਕਟਡ ਹੈਗਾ ਆ ਲਾਈਟ ਦੇ ਨਾਲ, ਹੈਡਲਾਈਟ ਦੇ ਨਾਲ, ਠੀਕ ਹੈ। ਸੋ ਅੱਗੇ ਇਹ ਰਿਟਰਨ ਕਿਸ ਤਰ੍ਹਾਂ ਆਉਂਦਾ ਆ? ਰਿਟਰਨ ਆਉਂਦਾ ਹੈ ਇਹ ਕਾਰ ਦੀ ਬੋਡੀ ਦੇ ਨਾਲ। ਸੋ ਨੈਗੇਟਿਵ ਟਰਮੀਨਲ ਅੱਗੇ ਕਨੈਕਟ ਹੈਗਾ ਬੈਟਰੀ ਨਾਲ। ਸੋ ਇਸ ਤਰ੍ਹਾਂ ਇੱਕ ਪੂਰਾ ਸਰਕਟ ਕੰਪਲੀਟ ਹੁੰਦਾ ਆ ਨੈਗੇਟਿਵ ਟਰਮੀਨਲ ਦੇ ਕੋਲ, ਠੀਕ ਆ। ਸੋ ਇਸ ਸਿਸਟਮ ਨੂੰ ਕਹਿੰਦੇ ਆ ਅਰਥ ਰਿਟਰਨ ਸਿਸਟਮ। ਆਲਵੇਜ਼ ਜਿਹੜਾ ਨੈਗੇਟਿਵ ਟਰਮੀਨਲ ਕਾਰ ਦੀ ਬੋਡੀ ਨਾਲ ਕਨੈਕਟ ਹੋਏਗਾ। ਪੋਜ਼ਿਟਿਵ ਟਰਮੀਨਲ ਕੀ ਪ੍ਰੋਵਾਈਡ ਕਰਾਏਗਾ? ਇਲੈਕਟ੍ਰਿਸਿਟੀ ਟੂ ਦੀ ਕੰਪੋਨੈਂਟ। ਪੋਜ਼ਿਟਿਵ ਟਰਮੀਨਲ ਇਹਨੂੰ ਚਾਰਜ ਪ੍ਰੋਵਾਈਡ ਕਰ ਰਿਹਾ, ਉਸ ਤੋਂ ਬਾਅਦ ਇਹ ਅੱਗੇ ਕਨੈਕਟ ਦੁਬਾਰਾ ਕਾਰ ਦੀ ਬੋਡੀ ਦੇ ਨਾਲ। ਸੋ ਇਸ ਤਰ੍ਹਾਂ ਜਿੰਨੇ ਵੀ ਕੰਪੋਨੈਂਟ ਹੋਣਗੇ ਇੱਕ ਕਾਰ ਦੇ ਵਿੱਚ, ਉਹਨਾਂ ਦਾ ਜਿਹੜਾ ਨੈਗੇਟਿਵ ਟਰਮੀਨਲ ਆ ਉਹ ਕਾਰ ਦੀ ਬੋਡੀ ਦੇ ਨਾਲ ਕਨੈਕਟਡ ਹੋਏਗਾ। ਸੋ ਇਸ ਤਰ੍ਹਾਂ ਇਹ ਕਲੋਜ਼ ਸਿਸਟਮ ਬਣੇਗਾ। ਸੋ ਇੱਕ ਆਹ ਡਾਇਗਰਾਮ ਹੈ, ਇਹ ਡਾਇਗਰਾਮ ਤੁਸੀਂ ਸਮਝੋ ਦਿਸ ਵਨ, ਆਹ ਡਾਇਗਰਾਮ। ਇਸ ਡਾਇਗਰਾਮ ਤੁਸੀਂ ਦੇਖ ਸਕਦੇ ਆ ਕਿ ਡਿਫਰੈਂਟ ਤਰ੍ਹਾਂ ਦੀਆਂ ਲਾਈਟ ਸੀਗੀਆਂ। ਆਪਾਂ ਹਰੇਕ ਦੀ ਡਿਫਰੈਂਟ ਅਰਥਿੰਗ ਕੀਤੀ। ਦਿਸ ਇਜ਼ ਸਾਈਨ ਆਫ ਅਰਥਿੰਗ, ਇੱਕ ਅਰਥਿੰਗ ਦਾ ਸਾਈਨ ਹੈਗਾ, ਠੀਕ ਆ। ਅਗਰ ਆਪਾਂ ਕਿਤੇ ਅਰਥਿੰਗ ਸ਼ੋ ਕਰਨੀ ਹੈ, ਦੈਟ ਇਜ਼ ਸਾਈਨ, ਸਰਕਟ ਦੇ ਵਿੱਚ ਸ਼ੋ ਕਰਨੀ ਹੈ ਤਾਂ।
ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਮੋਟਰ ਦਾ ਅਲੱਗ ਅਰਥਿੰਗ ਕੀਤੀ ਹੋਈ ਆ, ਰੀਅਰ ਵਿੰਡ ਫਿਊਲ ਟੈਂਕ ਦੀ ਅਰਥਿੰਗ ਅਲੱਗ ਆ, ਸਾਰਿਆਂ ਦੀ ਅਰਥਿੰਗ ਅਲੱਗ ਆ। ਲੇਕਿਨ ਅਰਥ ਰਿਟਰਨ ਸਿਸਟਮ ਦੇ ਵਿੱਚ ਸਾਨੂੰ ਸਾਰਿਆਂ ਦੀ ਬਾਰ-ਬਾਰ ਅਰਥਿੰਗ ਨਹੀਂ ਕਰਨੀ ਪੈਂਦੀ। ਉਹਦੇ ਵਿੱਚ ਕੀ ਆ, ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਬੈਟਰੀ ਦੀ ਅਰਥਿੰਗ ਕੀਤੀ ਹੋਈ ਆ, ਠੀਕ ਆ। ਬਟ ਆਹ ਜਿਹੜਾ ਪੁਆਇੰਟ ਹੈਗਾ ਇਹ ਸਾਰੇ ਕੰਪੋਨੈਂਟਸ ਦੇ ਨਾਲ ਕਨੈਕਟ ਨਹੀਂ ਕੀਤਾ ਹੋਇਆ। ਹਰੇਕ ਸਿਸਟਮ ਦੀ ਆਪਣੀ ਅਰਥਿੰਗ ਕੀਤੀ ਹੋਈ ਆ। ਸੋ ਇਹ ਸਿਸਟਮ ਹੈਗਾ ओल्ड एंड पुराना सिस्टम हो गया, हुण खत्म हो चुका है सिस्टम, ठीक है। सो इनू सिंपलीफाई करने के लिए की है कि आप हरेक कंपोनेंट का जिहड़ा नैगेटिव साइड है, नैगेटिव टर्मिनल, उन्होंने ये नाल इस तरह कंबाइन अगर करती है तो सानू हरेक इक्विपमेंट की दोबारा अर्थिंग नहीं करनी पएगी। सो ये सीगा एक पुराना सिस्टम, दैट इज न्यू सिस्टम विच इज़ कॉल्ड अर्थ रिटर्न सिस्टम। सो ये सीगा तुहाडा अज दा टॉपिक, वट इज़ अर्थिंग एंड वट इज़ अर्थ रिटर्न सिस्टम। सो नैक्सट लैक्चर्स दे विच हुण अपना इक्को टॉपिक रह गया है, दैट इज़ लास्ट टॉपिक ऑफ आवर फर्स्ट चैप्टर इज़ वट इज़ 6 वोल्ट सिस्टम एंड वट इज़ 12 वोल्ट सिस्टम। सो आप नैक्सट लैक्चर दे विच स्टडी करांगे। किसी बच्चे नूं कोई डाउट होया तो अपने डाउट्स नोट डाउन करके रख ले, जो आप लाइव सैशन करांगे ਉਹਦੇ ਵਿੱਚ ਆਪਾਂ ਆਪਣੇ ਸਾਰੇ ਡਾਊਟਸ ਕਲੀਅਰ ਕਰਾਂਗੇ। ਠੀਕ ਹੈ ਬੇਟਾ, ਥੈਂਕ ਯੂ।